हाँ जी स्टूडेंट्स, ਅੱਜ ਅਸੀਂ ਆਪਣੀ ਗ੍ਰਾਮਰ ਦਾ ਸੈਕੰਡ ਚੈਪਟਰ ਕਰਨ ਜਾ ਰਹੇ ਹਾਂ। ਇਸ ਦਾ ਨਾਮ ਹੈ ਡਿਟਰਮੀਨਰਸ। ਇਹ ਇੱਕ ਬਹੁਤ ਲੰਬਾ ਟੌਪਿਕ ਹੈ, ਸੋ ਇਸ ਨੂੰ ਅਸੀਂ ਪਾਰਟਸ ਵਿੱਚ ਕਰਾਂਗੇ। ਅੱਜ ਜਿਹੜੇ ਅਸੀਂ ਡਿਟਰਮੀਨਰਸ, ਪਹਿਲਾਂ ਉਸ ਦੀ ਡੈਫੀਨੇਸ਼ਨ ਕਰਾਂਗੇ। ਵਾਟ ਇਜ਼ ਦ ਡੈਫੀਨੇਸ਼ਨ? ਡਿਟਰਮੀਨਰ ਹੁੰਦਾ ਕੀ ਹੈ? A determiner is an important noun modifier that provides context to a noun generally in terms of quantity and possession. ਮੀਨਸ ਕਹਿਣ ਦਾ ਮਤਲਬ ਇਹ ਕਿ ਡਿਟਰਮੀਨਰ ਇੱਕ ਨਾਊਨ ਨੂੰ ਸੁਧਾਰਨ ਵਾਲਾ, ਮੋਡੀਫਾਈ ਮਤਲਬ ਸੁਧਾਰ ਕਰਨਾ, ਨਾਊਨ ਨੂੰ ਹੋਰ ਵਧੀਆ ਬਣਾਉਣ ਵਾਲਾ ਇੱਕ ਵਰਡ ਹੁੰਦਾ ਹੈ, ਜਿਹੜਾ ਕਿ ਉਸਦੀ ਕੁਆਂਟਿਟੀ ਜਾਂ ਉਸਦੀ ਮਲਕੀਅਤ ਨੂੰ ਦੱਸਦਾ ਹੈ। ਪੋਜੈਸ਼ਨ ਜਾਂ ਕੁਆਂਟਿਟੀ, ਮਾਤਰਾ ਜਾਂ ਮਲਕੀਅਤ ਨੂੰ ਦੱਸਦਾ ਹੈ। Determiners came before a noun or noun phrase and include articles. Determiners ਬੱਚਿਓ ਹਮੇਸ਼ਾ ਨਾਊਨ ਜਾਂ ਨਾਊਨ ਫਰੇਜ਼ ਤੋਂ ਪਹਿਲਾਂ ਆਉਂਦੇ ਆ। ਇਹ ਚਾਰ ਤਰ੍ਹਾਂ ਦੇ ਹੋ ਸਕਦੇ ਆ: ਆਰਟੀਕਲਸ, ਡਿਮੋਨਸਟ੍ਰੇਟਿਵ, ਕੁਆਂਟੀਫਾਇਰਸ ਐਂਡ ਪੋਜੈਸਿਵਸ। ਸੋ ਇਹ ਚਾਰ ਤਰ੍ਹਾਂ ਦੇ ਡਿਟਰਮੀਨਰਸ ਨੇ। ਇਹ ਬਹੁਤ ਵਿਸਥਾਰ ਦੇ ਵਿੱਚ ਇਹਨਾਂ ਬਾਰੇ ਅਸੀਂ ਜਾਣਕਾਰੀ ਲੈਣੀ ਹੈ, ਲੇਕਿਨ ਅੱਜ ਅਸੀਂ ਆਪਣੇ ਟੌਪਿਕ ਨੂੰ ਸਿਰਫ ਪਹਿਲੇ ਤਰ੍ਹਾਂ ਦੀ ਕੈਟੇਗਰੀ, ਜਿਹਦਾ ਨਾਮ ਹੈ ਆਰਟੀਕਲਸ, ਉਹਦੇ ਤੱਕ ਹੀ ਸੀਮਤ ਰੱਖਾਂਗੇ। ਠੀਕ ਹੈ। ਸੋ ਸਭ ਤੋਂ ਪਹਿਲਾਂ ਅਸੀਂ ਜਿਹੜਾ ਹੁਣ ਸ਼ੁਰੂ ਕਰਨ ਜਾ ਰਹੇ ਹਾਂ, ਉਹ ਤੁਸੀਂ ਆਪਣੀਆਂ ਬੁੱਕਸ ਨੂੰ ਖੋਲ੍ਹ ਕੇ ਨਾਲ ਉੱਥੋਂ ਰੀਡ ਕਰੋ ਤਾਂ ਕਿ ਹੋਰ ਜ਼ਿਆਦਾ ਤੁਹਾਨੂੰ ਕਲੈਰਿਟੀ ਹੋਵੇ। ਆਰਟੀਕਲਸ, 3 ਆਰਟੀਕਲਸ ਹੁੰਦੇ ਆ: ਐਨ, ਅ ਐਂਡ ਦ। ਸੋ ਇਹਨਾਂ ਤਿੰਨਾਂ ਦੀ ਯੂਜ਼ ਬਾਰੇ ਅਸੀਂ ਪੜ੍ਹਨਾ ਹੈ ਕਿ ਇਹ ਤਿੰਨ ਜਿਹੜੇ ਆਰਟੀਕਲਸ ਨੇ, ਐਨ, ਅ ਐਂਡ ਦ, ਇਹ ਕਿੱਥੇ ਕਿੱਥੇ ਲੱਗਦੇ ਆ। ਅ ਐਂਡ ਐਨ ਇੱਕ ਵਚਨ ਨਾਊਨ ਦੇ ਨਾਲ ਲੱਗਦੇ ਆ, ਬਹੁ ਵਚਨ ਦੇ ਨਾਲ ਤਾਂ ਲੱਗਦੇ ਨਹੀਂ ਹੈ, ਇੱਕ ਗੱਲ ਤਾਂ ਕਲੀਅਰ ਹੈ। ਔਰ ਤੁਹਾਨੂੰ ਇਹ ਵੀ ਪਤਾ ਹੈ ਕਿ ਐਨ ਕਿਹੜੇ ਨਾਊਨ ਤੋਂ ਪਹਿਲਾਂ ਲੱਗਦਾ ਹੈ? ਜਿਹੜੇ ਵੋਵਲਸ ਦੇ ਨਾਲ ਸ਼ੁਰੂ ਹੋਏ ਹਨ, ਏ, ਈ, ਆਈ, ਓ, ਯੂ। ਇਹਨਾਂ ਪੰਜਾਂ ਵਿੱਚੋਂ ਕਿਸੇ ਇੱਕ ਨਾਲ ਸ਼ੁਰੂ ਹੋਏ ਹੋਣ ਨਾਊਨਸ ਤਾਂ ਉਹਨਾਂ ਦੇ ਪਹਿਲਾਂ ਐਨ ਲੱਗਦਾ। ਔਰ ਇਹ ਜਿਹੜੇ ਕੌਨਸੋਨੈਂਟਸ ਨੇ, ਵੋਵਲਸ ਨੂੰ, ਪੰਜਾਂ ਵੋਵਲਸ ਨੂੰ ਛੱਡ ਕੇ ਬਾਕੀ ਜਿਹੜੇ ਵਰਡਸ ਨੇ ਉਹਨਾਂ ਨੂੰ ਅਸੀਂ ਕੌਨਸੋਨੈਂਟਸ ਕਹਿੰਦੇ ਹਾਂ। ਸੋ ਥੋੜ੍ਹੀ ਜਿਹੀ ਡਿਟੇਲ, ਇਹ ਤੁਹਾਨੂੰ ਪਹਿਲਾਂ ਹੀ ਪਤਾ ਹੈਗੀ ਆ, ਲੇਕਿਨ ਇਹਨਾਂ ਦੀ ਥੋੜ੍ਹੀ ਜਿਹੀ ਹੋਰ ਡਿਟੇਲ ਜਿਹੜੀ ਐਡਵਾਂਸ ਸਟੱਡੀ ਕਰਨੀ ਪਏਗੀ। ਸੋ ਸਭ ਤੋਂ ਪਹਿਲਾਂ ਆਰਟੀਕਲ ਹੁੰਦਾ ਕੀ ਹੈ? ਐਨ ਆਰਟੀਕਲ ਇਜ਼ ਅ ਵਰਡ that modifies or describes the noun. ਸੋ ਜਿਹੜੇ ਇਹ ਡਿਟਰਮਿਨਸ ਦਾ ਮਤਲਬ ਹੁੰਦਾ ਹੈ ਕਿਸੇ ਨੂੰ ਪੱਕਾ ਕਰਨਾ, ਕਿਸੇ ਬਾਰੇ ਪਤਾ ਲਗਾਉਣਾ। ਸੋ ਇਹਨਾਂ ਦੀ ਕੈਟੇਗਰੀ ਜਿਹੜੀ ਆਰਟੀਕਲ ਹੈ, ਉਹਦਾ ਵੀ ਕਲੀਅਰ ਜਿਹਾ ਮੀਨਿੰਗ ਇਹ ਨਿਕਲਦਾ ਹੈ ਕਿ ਉਹ ਵਰਡ ਜਿਹੜਾ ਕਿ ਨਾਊਨ ਨੂੰ ਡਿਸਕ੍ਰਾਈਬ ਕਰੇ ਜਾਂ ਮੋਡੀਫਾਈ ਕਰੇ, ਉਸ ਬਾਰੇ ਦੱਸੇ ਜਾਂ ਉਸ ਬਾਰੇ ਸੁਧਾਰ ਕਰੇ। ਠੀਕ ਹੈ। ਇਟ ਇਜ਼ ਯੂਜ਼ਡ ਬਿਫੋਰ ਦ ਨਾਊਨ ਟੂ ਸ਼ੋ ਵੈਦਰ ਇਟ ਰੈਫਰਸ ਟੂ ਸਮਥਿੰਗ ਸਪੈਸੀਫਿਕ ਔਰ ਨੋਟ। ਸੋ ਇਹ ਹਮੇਸ਼ਾ ਨਾਊਨ ਸ਼ਬਦ ਤੋਂ ਪਹਿਲਾਂ ਲੱਗਦਾ ਹੈ ਤਾਂ ਕਿ ਉਸ ਤੋਂ ਪਤਾ ਲੱਗੇ ਕਿ ਕੋਈ ਵੀ ਵਿਅਕਤੀ ਹੈ, ਕੋਈ ਵਸਤੂ ਹੈ, ਉਹ ਸਪੈਸੀਫਿਕ ਹੈ, ਕੋਈ ਖਾਸ ਹੈ ਜਾਂ ਕੋਈ ਆਮ ਹੈ। ਠੀਕ ਹੈ। ਸੋ ਇਸ ਕਰਕੇ ਅਸੀਂ ਇਹਨਾਂ ਨੂੰ ਐਡਜੈਕਟਿਵਸ ਵੀ ਕਹਿ ਸਕਦੇ ਹਾਂ, ਕਿਉਂਕਿ ਐਡਜੈਕਟਿਵਸ ਦਾ ਕੰਮ ਵੀ ਇਹੀ ਹੁੰਦਾ ਕਿ ਉਹ ਕਿਸੇ ਨਾਊਨ ਜਾਂ ਪ੍ਰਨਾਊਨ ਦੀ ਵਿਸ਼ੇਸ਼ਤਾ ਦੱਸਦੇ ਆ ਔਰ ਨਾਊਨ ਪ੍ਰਨਾਊਨ ਤੋਂ ਪਹਿਲਾਂ ਆ ਕੇ ਲੱਗਦੇ ਆ। ਇਸ ਤਰੀਕੇ ਨਾਲ ਆਰਟੀਕਲਸ ਵੀ ਨਾਊਨ ਤੋਂ ਪਹਿਲਾਂ ਲੱਗਦੇ ਆ। ਸੋ ਇਹ ਇੱਕ ਤਰ੍ਹਾਂ ਦੇ ਐਡਜੈਕਟਿਵਸ ਵਾਂਗ ਹੀ ਕੰਮ ਕਰਦੇ ਆ। These are of two kinds, namely indefinite articles and definite articles. Indefinite articles ਉਹ ਹੁੰਦਾ ਬੱਚੋ ਜਿਨ੍ਹਾਂ ਦੇ ਵਿੱਚ ਜਿਹੜਾ ਡਿਟਰਮੀਨਰ ਹੈ, ਜਿਸ ਨਾਊਨ ਦੇ ਨਾਲ ਉਹ ਆ ਰਿਹਾ ਉਹਦੇ ਬਾਰੇ ਕੁਝ ਕਲੀਅਰ ਨਾ ਦੱਸੇ, ਉਹਦੀ ਆਈਡੈਂਟਿਟੀ ਨੂੰ ਅਨਕਲੀਅਰ ਹੀ ਛੱਡ ਦੇ, ਇਨਡੈਫੀਨਿਟ ਰਹਿਣ ਦੇ। ਮਤਲਬ ਉਸ ਤੋਂ ਇਹ ਨਾ ਪਤਾ ਲੱਗੇ ਕਿ ਇਹ ਕੋਈ ਖਾਸ ਹੈ, ਵਿਅਕਤੀ ਖਾਸ ਹੈ, ਕੋਈ ਵਸਤੂ ਖਾਸ ਹੈ ਕਿ ਜਾਂ ਆਮ ਹੈ। ਸੋ ਇਹ ਅਨਕਲੀਅਰ ਛੱਡ ਦਿੰਦੇ ਉਸ ਗੱਲ ਨੂੰ। ਦ ਸਪੀਕਰ ਟਾਕਸ ਅਬਾਊਟ ਐਨੀ ਵਨ ਆਫ ਦੈਟ ਟਾਈਪ ਆਫ ਥਿੰਗਸ। ਕਿਹੜੀਆਂ ਟਾਈਪ ਆਫ ਥਿੰਗਸ? ਜਿਹੜਾ ਕਿ ਕੋਈ ਵੀ ਵਿਅਕਤੀ ਜਾਂ ਵਸਤੂ ਜੇ ਖਾਸ ਨਹੀਂ ਹੈ ਤਾਂ ਉਹਦੇ ਨਾਲ ਅਸੀਂ ਸਿੱਧੀ ਭਾਸ਼ਾ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਉਹ ਵਸਤੂ ਜਾਂ ਉਹ ਵਿਅਕਤੀ ਜਿਹੜੀ ਖਾਸ ਨਹੀਂ ਹੈ, ਉਹਦੇ ਨਾਲ ਏ ਜਾਂ ਐਨ ਵਿੱਚੋਂ ਇੱਕ ਚੀਜ਼ ਲੱਗਦੀ ਹੈ। ਹੁਣ ਏ ਕਿੱਥੇ ਲੱਗਦਾ ਹੈ? ਏ ਤੁਹਾਨੂੰ ਸਭ ਨੂੰ ਪਤਾ ਬੇਟੇ, ਕੌਨਸੋਨੈਂਟਸ ਲੈਟਰਸ ਨੇ ਅਲਫਾਬੈਟ ਦੇ ਵਿੱਚ, ਇੰਗਲਿਸ਼ ਦੇ ਵਿੱਚ। ਏ, ਈ, ਆਈ, ਓ, ਯੂ ਵੋਵਲਸ ਨੂੰ ਛੱਡ ਕੇ ਉਹਨਾਂ ਸਾਰਿਆਂ ਦੇ ਨਾਲ ਸ਼ੁਰੂ ਹੋਣ ਵਾਲੇ ਵਰਡਸ ਜਿਹੜੇ ਨਾਊਨ ਨੇ ਉਹਨਾਂ ਤੋਂ ਪਹਿਲਾਂ ਏ ਲੱਗਦਾ। ਔਰ ਐਨ ਕਿੱਥੇ ਲੱਗਦਾ ਹੈ? ਜਿਹੜੇ ਵੋਵਲਸ ਤੋਂ ਸ਼ੁਰੂ ਹੋਣ ਵਾਲੇ ਨਾਊਨ ਹੁੰਦੇ ਆ, ਏ, ਈ, ਆਈ, ਓ, ਯੂ। ਲੇਕਿਨ ਇਹਨਾਂ ਦੇ ਵਿੱਚ ਵੀ ਕੁਝ ਕੁੰਡੀਆਂ ਇਸ ਤਰ੍ਹਾਂ ਦੀਆਂ ਨੇ ਕਿ ਜਿਹੜੀਆਂ ਤੁਹਾਨੂੰ ਸਮਝਣੀਆਂ ਪੈਣਗੀਆਂ। ਜਿਵੇਂ ਏ ਦੀ ਵਰਤੋਂ ਅਸੀਂ ਜੇ ਦੇਖੀਏ ਤਾਂ ਕੌਨਸੋਨੈਂਟਸ ਨਾਲ ਤਾਂ ਲੱਗਦਾ ਹੀ ਲੱਗਦਾ ਹੈ, ਬੋਏ, ਅ ਕਾਰ, ਅ ਹੈਲੀਕਾਪਟਰ, ਅ ਬਿਗ ਐਲੀਫੈਂਟ। ਲੇਕਿਨ ਅ ਯੂਰਪੀਅਨ, ਅ ਯੂਨਿਟ, ਦੇਖੋ ਬੱਚੋ ਇਹ ਵੋਵਲਸ ਦੇ ਨਾਲ ਸ਼ੁਰੂ ਹੁੰਦਾ ਹੈ। ਯੂਰਪੀਅਨ ਈ ਵੋਵਲ ਹੈ,
ਯੂ ਵਾਵਲ ਹੈ, ਲੇਕਿਨ ਇਹਨਾਂ ਦੀ ਸਾਊਂਡ ਤੇ ਅਸੀਂ ਦੇਖਣੀ ਹੈ ਕਿ ਸਾਊਂਡ ਜਿਹੜੀ ਉਹਦੀ ਯੂ ਵਾਏ ਉਹ ਯੂ ਵਾਲੀ ਸਾਊਂਡ ਨਿਕਲਦੀ ਹੈ, ਇਸ ਕਰਕੇ ਇਹਨਾਂ ਨਾਲ ਐਨ ਨਹੀਂ ਲੱਗੇਗਾ, ਏ ਲੱਗੇਗਾ। ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜਾ ਅੱਗੇ ਅਸੀਂ ਐਨ ਕੀਤਾ ਉਹਦੇ ਵਿੱਚ ਵੀ ਇਹ ਕੁੰਡੀ ਹੈਗੀ ਹੈ ਕਿ ਕਈ ਜਿਹੜੇ ਵਰਡਸ ਨੇ ਉਹ ਲੱਗਦਾ ਹੈਗਾ ਕਿ ਕੌਨਸੋਨੈਂਟਸ ਨਾਲ ਸ਼ੁਰੂ ਹੁੰਦੇ ਆ, ਲੇਕਿਨ ਉਹਨਾਂ ਦੇ ਪਹਿਲਾਂ ਐਨ ਲੱਗਦਾ। ਵੈਸੇ ਤਾਂ ਵਾਵਲਸ ਨਾਲ ਸ਼ੁਰੂ ਹੋਣ ਵਾਲਿਆਂ ਤੋਂ ਪਹਿਲਾਂ ਐਨ ਲੱਗਦਾ ਹੈ, ਅਸੀਂ ਸ਼ੁਰੂ ਤੋਂ ਪੜ੍ਹਦੇ ਆ ਰਹੇ ਹਾਂ, ਐਨ ਐਪਲ, ਐਨ ਐਗ, ਐਨ ਇੰਕਪੋਰਟ, ਐਨ ਔਰੇਂਜ, ਐਨ ਅੰਬਰੇਲਾ, ਐਨ ਅਰਜੈਂਸੀ, ਐਨ ਆਰ। ਹੁਣ ਦੇਖੋ ਇਹ ਜਿਹੜੀਆਂ ਐਗਜ਼ਾਮਪਲਸ ਨੇ, ਐਨ ਆਰ, ਐਨ ਐਮ ਐਲ ਏ, ਐਨ ਐਮ ਪੀ, ਐਨ ਐਮ ਏ, ਐਨ ਐਸ ਟੀ ਓ, ਇਹ ਸਾਰੇ ਕੌਨਸੋਨੈਂਟਸ ਦੇ ਤੋਂ ਪਹਿਲਾਂ ਐਨ ਲੱਗੇ ਹੋਏ ਆ। ਇੱਥੇ ਵੀ ਉਹੀ ਸੇਮ ਇਹਦਾ ਰੀਜ਼ਨ ਆ ਜਾਂਦਾ, ਕਾਰਨ ਆ ਜਾਂਦਾ ਕਿ ਇਹ ਜਿਹੜੇ ਕੌਨਸੋਨੈਂਟਸ ਨੇ ਇਹਨਾਂ ਦੀ ਸਾਊਂਡ ਜਿਹੜੀ ਹੈ ਉਹ ਜਦੋਂ ਅਸੀਂ ਬੋਲਦੇ ਹਾਂ ਐਨ ਆਰ, ਇੱਥੇ ਐਚ ਸਾਈਲੈਂਟ ਹੈ, ਇਸ ਕਰਕੇ ਇਸ ਨੂੰ ਛੱਡ ਕੇ ਅਗਲੇ ਓ ਤੋਂ ਸ਼ੁਰੂ ਹੁੰਦੀ ਇਹਦੀ ਸਾਊਂਡ, ਤਾਂ ਐਨ ਆਰ। ਵਾਵਲ ਦੇ ਨਾਲ ਸ਼ੁਰੂ ਹੋ ਰਹੀ ਹੈ ਤਾਂ ਐਨ ਲੱਗ ਜਾਏਗਾ। ਐਮ ਬੋਲਣ ਦੇ ਵਿੱਚ ਈ ਤੋਂ ਸ਼ੁਰੂ ਹੁੰਦਾ ਐਮ, ਸੋ ਇਸ ਕਰਕੇ ਇਹਦੇ ਨਾਲ ਐਨ ਲੱਗੇਗਾ। ਐਮ ਪੀ, ਐਮ ਏ, ਐਸ ਵੀ ਏ ਤੋਂ ਸ਼ੁਰੂ ਹੋ ਰਿਹਾ ਜਾਪਦਾ, ਇਸ ਕਰਕੇ ਸਾਊਂਡ ਇਹਦੀ ਇਸ ਤਰ੍ਹਾਂ ਜਾਪਦੀ ਹੈ ਕਿ ਏ ਤੋਂ ਸ਼ੁਰੂ ਹੁੰਦਾ, ਇਸ ਕਰਕੇ ਇਹਨਾਂ ਨਾਲ ਐਨ ਲੱਗਦਾ। ਠੀਕ ਹੈ। ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਇਹ ਹੈ ਕਿ ਏ ਤੇ ਐਨ ਜਿਹੜੇ ਆ ਉਹ ਸਿੰਗੂਲਰ ਨਾਉਨ, ਇੱਕ ਵਚਨ ਨਾਉਨ ਦੇ ਨਾਲ ਹੀ ਲੱਗਦੇ ਆ, ਬਹੁਵਚਨ ਦੇ ਨਾਲ ਇਹਨਾਂ ਦੀ ਜਿਹੜੀ ਯੂਜ਼ ਆ ਉਹ ਨਹੀਂ ਹੁੰਦੀ, ਕਿਉਂਕਿ ਏ ਔਰ ਐਨ ਦਾ ਇਟਸੈਲਫ ਮਤਲਬ ਹੀ ਇੱਕ ਹੁੰਦਾ, ਇਹ ਇੱਕ ਵਚਨ ਦੇ ਨਾਲ ਹੀ ਲੱਗਦੇ। ਇਸ ਤੋਂ ਇਲਾਵਾ ਅੱਗੇ ਏ ਜਿਹੜਾ ਅਸੀਂ ਹੁਣ ਮੇਨ ਚੀਜ਼ਾਂ ਪੜ੍ਹੀਆਂ ਕਿ ਏ ਕੌਨਸੋਨੈਂਟਸ ਨਾਲ ਲੱਗਦਾ ਹੈ ਔਰ ਕੁਝ ਸਪੈਸ਼ਲ ਕੇਸਿਸ ਦੇ ਵਿੱਚ ਵਾਵਲਸ ਦੇ ਨਾਲ ਲੱਗਦਾ, ਲੇਕਿਨ ਹੋਰ ਜਿਹੜੇ ਇਹਨਾਂ ਦੀਆਂ ਅੱਗੋਂ ਬਰੋਡ ਕੈਟੇਗਰੀਜ਼ ਹੈ ਉਹ ਅਸੀਂ ਪੜ੍ਹਨੀਆਂ ਨੇ ਕਿ ਇਹ ਕਿੱਥੇ ਕਿੱਥੇ ਲੱਗਦਾ। when there are singular nouns beginning with a sound that is not a vowel, ਇੱਕ ਹੁਣੇ ਗੱਲ ਪੜ੍ਹੀ ਅਸੀਂ ਕਿ ਜਿਹੜੀ vowel sound ਨਹੀਂ ਹੈ, vowel sound ਨਹੀਂ ਹੈ, ਉਹਦੇ ਤੋਂ ਪਹਿਲਾਂ ਇਹ ਲੱਗੇਗਾ। ਦੂਸਰਾ, before words that refers to whole numbers, measures or weights, ਜਿਹੜੇ ਕਿ whole numbers ਕਿਸੇ ਗਿਣਤੀ ਮਿਣਤੀ ਵਾਲੀਆਂ ਇਕਾਈਆਂ ਜਾਂ ਵੇਟ ਜਿਹੜੇ ਕਿ ਭਾਰ ਵਗੈਰਾ ਉਹਨਾਂ ਦੀਆਂ ਇਕਾਈਆਂ, ਉਹਨਾਂ ਤੋਂ ਪਹਿਲਾਂ ਏ ਲੱਗਦਾ। ਇਹ ਸਾਰਾ ਤੁਸੀਂ ਪੜ੍ਹਨਾ ਹੈ, ਏ ਕਿਲੋ, ਅ ਮੀਟਰ, ਅ ਪਾਊਂਡ, ਅ ਹੰਡਰਡ, ਅ ਹਾਫ, ਅ ਲੀਟਰ ਐਟਸੈਟਰਾ। ਹੋਰ ਕਿੱਥੇ ਲੱਗਦਾ ਏ? ਇਨ ਸੈਂਸ ਆਫ ਐਨੀ ਦਾ ਮਤਲਬ ਕੁਝ, ਜਦੋਂ ਅਸੀਂ ਕੁਝ ਦੀ ਸੈਂਸ ਲੈਣੀ ਹੋਵੇ, ਅਰਥ ਲੈਣਾ ਹੋਵੇ। ਅ ਟੀਚਰ ਮਸਟ ਗਾਈਡ ਦ ਸਟੂਡੈਂਟਸ, ਇੱਥੇ ਅ ਟੀਚਰ ਦਾ ਮਤਲਬ ਇਕੱਲਾ ਇੱਕ ਟੀਚਰ ਨਹੀਂ, ਕੋਈ ਵੀ ਟੀਚਰ, ਐਨੀ ਟੀਚਰ। ਸੋ ਇੱਥੇ ਜਿਹੜੀ ਟੀਚਰ ਦੀ ਸੈਂਸ ਹੈ ਉਹ ਐਨੀ ਟੀਚਰ ਤੋਂ ਹੈ। ਅ ਚਾਈਲਡ ਸ਼ੁੱਡ ਰਿਸਪੈਕਟ ਹਿਜ਼ ਐਲਡਰਸ, ਇੱਥੇ ਵੀ ਜਿਹੜੀ ਅ ਚਾਈਲਡ, ਇੱਕੋ ਚਾਈਲਡ ਨੂੰ ਆਪਣੇ ਐਲਡਰਸ ਵੱਡਿਆਂ ਦਾ ਸਤਿਕਾਰ ਨਹੀਂ, ਬਲਕਿ ਹਰੇਕ ਕਿਸੇ ਵੀ ਚਾਈਲਡ ਨੂੰ ਆਪਣੇ ਵੱਡਿਆਂ ਦਾ ਆਦਰ ਕਰਨਾ ਚਾਹੀਦਾ। ਅਗਲਾ, when a singular noun is introduced for a first time as, ਜਿਵੇਂ ਹੁਣ ਕੋਈ ਗੱਲ ਕਰਦੇ ਕਰਦੇ ਇੱਕ ਵਚਨ ਨਾਉਨ ਨੂੰ ਅਸੀਂ ਪਹਿਲੀ ਵਾਰੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਨਾਲ ਅ ਲੱਗਦਾ। I saw a boy in the market, he met a monk in the temple, ਇਹਨਾਂ ਬਾਰੇ ਅਸੀਂ ਪਹਿਲੀ ਵਾਰੀ ਗੱਲ ਕਰ ਰਹੇ ਹਾਂ। ਸਿੰਗੂਲਰ ਨਾਉਨ ਨੇ, ਬॉय ਐਂਡ ਮੌਂਕ ਇੱਕ ਵਚਨ ਹੈ, ਤਾਂ ਨਾਲੇ ਪਹਿਲੀ ਵਾਰੀ ਗੱਲ ਕੀਤੀ ਤਾਂ ਇਹ ਲੱਗਿਆ। ਬਿਫੋਰ ਅ ਪ੍ਰੋਪਰ ਨਾਉਨ ਟੂ ਮੇਕ ਇਟ ਅ ਕਾਮਨ ਨਾਉਨ, ਜਿਵੇਂ ਅਸੀਂ ਐਗਜ਼ਾਮਪਲ ਦਿੰਦੇ ਹਾਂ, ਹੀ ਇਜ਼ ਅ ਕੀਟਸ। ਕੀਟਸ ਇੱਕ ਕਵੀ ਹੋਇਆ, ਗ੍ਰੇਟ ਕਵੀ, ਪੋਇਟ ਹੋਇਆ, ਤੇ ਅਸੀਂ ਕਿਸੇ ਹੋਰ ਇਨਸਾਨ ਨੂੰ, ਕਿਸੇ ਹੋਰ ਵਿਅਕਤੀ ਨੂੰ ਕਹਿ ਦਿੱਤਾ ਹੀ ਇਜ਼ ਅ ਕਾਈਟ, ਇਹਦਾ ਮਤਲਬ ਇਹ ਨਿਕਲਦਾ ਕਿ ਉਹ ਵਿਅਕਤੀ ਕੀਟਸ ਵਰਗਾ ਪੋਇਟ ਹੈ, ਕੀਟਸ ਵਾਂਗ ਕਵਿਤਾਵਾਂ ਲਿਖਦਾ ਹੈ। ਤਾਂ ਉਸਦੀ ਤੁਲਨਾ ਜਦੋਂ ਕੀਟਸ ਨਾਲ ਕਰੀ ਤਾਂ ਅ ਲੱਗਿਆ, ਹੀ ਇਜ਼ ਅ ਕੀਟਸ, ਹੀ ਇਜ਼ ਅ ਸੈਕਿੰਡ ਲਤਾ ਮੰਗੇਸ਼ਕਰ। ਸੇਮ ਰੀਜ਼ਨ ਕਿ ਉਹਦੀ ਤੁਲਨਾ ਲਤਾ ਮੰਗੇਸ਼ਕਰ ਨਾਲ, ਖਾਸ ਵਿਅਕਤੀ ਦੇ ਨਾਲ ਜਦੋਂ ਕਿਸੇ ਆਮ ਵਿਅਕਤੀ ਦੀ ਤੁਲਨਾ ਕਰੋ ਤਾਂ ਉਹਦੇ ਪਹਿਲਾਂ ਅ। ਹੋਰ ਕਿੱਥੇ ਲੱਗਦਾ ਹੈ? ਜਦੋਂ ਐਕਸਕਲੇਮੇਸ਼ਨ ਸੈਂਟੈਂਸਿਸ ਬਣਾਈ ਦੇ ਆ, what a great shot, what a beautiful picture, ਇਹ ਨਾउन्स ਨੇ, ਪਿਕਚਰ ਐਂਡ ਸ਼ਾਟ। ਉਸ ਤੋਂ ਇਲਾਵਾ ਬਿਫੋਰ ਪਰਸਨਸ ਆਫ ਅ ਪਰਟੀਕੂਲਰ ਪ੍ਰੋਫੈਸ਼ਨ, ਕੋਈ ਵਿਅਕਤੀ ਹੈ ਜਿਨ੍ਹਾਂ ਦਾ ਇੱਕ ਖਾਸ ਕੋਈ ਕਿੱਤਾ ਹੈ, ਜਿਵੇਂ ਅ ਡਾਕਟਰ, ਅ ਪੇਂਟਰ, ਅ ਟੀਚਰ, ਅ ਡਾਂਸਰ, ਅ ਗਾਰਡਨਰ। ਬਿਫੋਰ ਸਮ phrases a little, a few, a lot of, a small number of, ਇਹ ਤੁਸੀਂ ਬਹੁਤ ਧਿਆਨ ਦੇ ਨਾਲ ਦੁਬਾਰਾ ਰਿਵਾਈਜ਼ ਕਰਨਾ, ਇਹਨਾਂ ਨੂੰ ਬਾਰ-ਬਾਰ ਪੜ੍ਹਨਾ ਤੇ ਮਾਈਂਡ ਵਿੱਚ ਵਸਾਉਣਾ ਹੈ ਕਿ ਕਿੱਥੇ ਕਿੱਥੇ ਅ ਜਿਹੜਾ ਉਹ ਲੱਗਦਾ। ਉਸ ਤੋਂ ਅੱਗੇ ਅਸੀਂ ਐਨ ਦੀ ਯੂਜ਼ ਦੇਖਾਂਗੇ, ਐਨ ਕਿੱਥੇ ਕਿੱਥੇ ਲੱਗਦਾ। ਵੈਸੇ ਤੁਹਾਨੂੰ ਪਤਾ ਹੈ ਵਾਵਲਸ ਦੇ ਨਾਲ ਜਿਹੜੇ ਨੇਮ ਨਾਉਨਸ ਸ਼ੁਰੂ ਹੁੰਦੇ ਆ ਉਹਨਾਂ ਤੋਂ ਪਹਿਲਾਂ ਲੱਗਦਾ ਐਨ, ਲੇਕਿਨ ਕੁਛ ਇੱਕ ਅਸੀਂ ਇਹਦੀਆਂ ਸਪੈਸ਼ਲ ਕੈਟੇਗਰੀਜ਼ ਦੇਖੀਆਂ ਕਿ ਜਿਨ੍ਹਾਂ ਦੀ ਸਾਊਂਡ
ਜਿਹੜੇ ਕੌਨਸੋਨੈਂਟਸ ਦੀ ਸਾਊਂਡ ਵੋਵਲ ਵਾਂਗ ਆਉਂਦੀ ਪ੍ਰਤੀਤ ਹੁੰਦੀ ਹੈ, ਜਿਵੇਂ MS, ਉਹਨਾਂ ਤੋਂ ਪਹਿਲਾਂ ਵੀ ਐਨ ਲੱਗਦਾ। ਇਹ ਅਸੀਂ ਜਿਹੜੇ ਦੋ ਉੱਪਰ ਆਰਟੀਕਲਸ ਪੜ੍ਹੇ ਆ ਉਹ ਇਨਡੈਫੀਨਿਟ ਆਰਟੀਕਲਸ ਹੈ। ਇਹਨਾਂ ਦੀ ਵਰਤੋਂ ਕਰਕੇ ਅਸੀਂ ਕਿਸੇ ਬੰਦੇ ਦੀ ਸਪੈਸ਼ਲ ਹੋਣ ਦਾ ਪਤਾ ਨਹੀਂ ਲਗਾ ਸਕਦੇ, ਇਨਡੈਫੀਨਿਟ ਇਸ ਕਰਕੇ ਕਹਿੰਦੇ ਆ। ਹੁਣ ਇਹ ਜਿਹੜੇ ਆਰਟੀਕਲਸ ਹੈ ਕਿ ਡੈਫੀਨਿਟ ਆਰਟੀਕਲ ਦਾ ਮਤਲਬ ਹੀ ਇਹ ਹੈ ਟੂ ਬੀ ਕਲੀਅਰ, ਐਗਜ਼ੈਕਟ ਔਰ ਓਬਵੀਅਸ ਅਬਾਊਟ ਸਮਥਿੰਗ, ਕਿਸੇ ਚੀਜ਼ ਬਾਰੇ ਬਿਲਕੁਲ ਕਲੀਅਰ ਹੋਣਾ, ਬਿਲਕੁਲ ਸਪਸ਼ਟ ਹੋਣਾ। So it is called definite because it is used in relation to a particular thing or person, ਕਿਸੇ ਖਾਸ ਵਸਤੂ ਜਾਂ ਵਿਅਕਤੀ ਦੇ ਨਾਲ ਇਹ ਯੂਜ਼ ਹੁੰਦਾ ਹੈ। The is the definite article in English, ਇਹੋ ਇਕੱਲਾ ਜਿਹੜਾ ਆਰਟੀਕਲ ਹੈ ਇਹ definite article ਹੈ, which is used to refer to particular nouns, the identities of which are known, ਜਿਨ੍ਹਾਂ ਦੀ ਪਹਿਚਾਣ ਸਾਨੂੰ ਪਹਿਲਾਂ ਹੀ ਪਤਾ ਹੈ। ਜਿਵੇਂ the boy sat on the sofa, the lion pounced on him and ran away। ਇਹਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਜਦੋਂ ਅਸੀਂ ਦ ਲਗਾਇਆ, ਦ ਬੋਏ ਸੈਟ ਔਨ ਦਾ ਸੋਫਾ, ਤਾਂ ਸਾਨੂੰ ਇੱਥੇ ਪਤਾ ਹੈ ਕਿ ਕਿਹੜਾ ਲੜਕਾ ਹੈ ਜਿਹੜਾ ਉਸ ਸੋਫੇ 'ਤੇ ਬੈਠਾ ਹੈ। ਉਸ ਲੜਕੇ ਦਾ ਜ਼ਿਕਰ ਪਹਿਲਾਂ ਵੀ ਕਿਤੇ ਨਾ ਕਿਤੇ ਆ ਚੁੱਕਿਆ ਹੁੰਦਾ ਹੈ, ਅਤੇ ਜਦੋਂ ਅਸੀਂ ਦੁਬਾਰਾ ਉਸ ਬੱਚੇ ਦਾ, ਲੜਕੇ ਦਾ, ਵਿਅਕਤੀ ਦਾ ਜ਼ਿਕਰ ਕਰਦੇ ਹਾਂ ਤਾਂ ਉਹਦੇ ਨਾਲ ਦ ਲਗਾ ਦਈਦਾ। ਇਸੇ ਤਰ੍ਹਾਂ ਇਸ ਲਾਇਨ ਦਾ ਪਤਾ ਹੈ ਸਾਨੂੰ ਕਿ ਇਹ ਉਹੀ ਸ਼ੇਰ ਹੈ ਜਿਹੜਾ ਕਿ ਉਹਦੇ 'ਤੇ ਝਪਟਿਆ ਅਤੇ ਚਲਾ ਗਿਆ, ਦੌੜ ਗਿਆ। ਸੋ ਜੇ ਅਸੀਂ ਇੱਥੇ ਲਗਾ ਦਈਏ, ਬੋਏ ਸੈਟ ਔਨ ਦਾ ਸੋਫਾ, ਤਾਂ ਫਿਰ ਇਹਦਾ ਮਤਲਬ ਕਿ ਕੋਈ ਵੀ ਇੱਕ ਲੜਕਾ ਜਿਹਦੀ ਆਈਡੈਂਟਿਟੀ ਸਾਨੂੰ ਪਤਾ ਨਹੀਂ ਹੈ, ਕੋਈ ਵੀ ਇੱਕ ਲੜਕਾ, ਠੀਕ ਹੈ, ਉਹ ਅਨਕਲੀਅਰ ਹੈ, ਕਲੀਅਰ ਨਹੀਂ ਹੈ। ਇੱਥੇ ਇਹ ਕਲੀਅਰ ਹੈ, ਦ ਬੋਏ ਜਦੋਂ ਕਹਿ ਦਿੱਤਾ ਫਿਰ ਕਲੀਅਰ ਹੋ ਜਾਂਦਾ ਕਿ ਉਹੀ ਲੜਕਾ, ਰਾਈਟ। ਇਸ ਤੋਂ ਇਲਾਵਾ ਇਸ ਦੀ ਅੱਗੇ ਬਹੁਤ ਸਾਰੀਆਂ ਯੂਜ਼ਸ ਹੈ। ਦ ਕਿਸੇ ਵੀ ਚੀਜ਼ ਨੂੰ ਸਪੈਸੀਫਿਕ ਬਣਾਉਣ ਲਈ, ਡੈਫੀਨਿਟ ਕਰਨ ਵਾਸਤੇ ਵਰਤਿਆ ਜਾਂਦਾ ਹੈ। ਹੁਣ ਅਸੀਂ ਅੱਗੇ ਦੇਖਦੇ ਹਾਂ ਕਿ ਕਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਦ ਲਗਾ ਕੇ ਡੈਫੀਨਿਟ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਬਿਫੋਰ ਦ ਨੇਮਸ ਆਫ ਰਿਵਰਸ, ਓਸ਼ਨਸ ਐਂਡ ਸੀਜ਼, ਜਿੰਨੇ ਵੀ ਦਰਿਆ, ਸਮੁੰਦਰ, ਨਦੀਆਂ ਹੋਏ ਉਹਨਾਂ ਦੇ ਨਾਮਾਂ ਤੋਂ ਪਹਿਲਾਂ। ਦ ਗੰਗਾ, ਦ ਇੰਡੀਅਨ ਓਸ਼ਨ, ਦ ਗੰਗੈਟਿਕ ਪਲੇਨਸ ਐਟਸੈਟਰਾ। ਬਿਫੋਰ ਦ ਪੁਆਇੰਟਸ ਔਨ ਦ ਗਲੋਬ, ਧਰਤੀ ਦੇ ਉੱਤੇ ਜਿਹੜੇ ਪੁਆਇੰਟਸ ਹੈ, ਦ ਨਾਰਥ ਪੋਲ, ਦ ਇਕੁਏਟਰ, ਦ ਸਾਊਥ ਪੋਲ, ਉੱਤਰੀ ਧਰੁਵ, ਦੱਖਣੀ ਧਰੁਵ, ਕਰਕ ਰੇਖਾ, ਮਕਰ ਰੇਖਾ। ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਲਿਖਦੇ ਹਾਂ ਤਾਂ ਉਹਨਾਂ 'ਤੇ ਪਹਿਲਾਂ ਦ ਲੱਗਦਾ। ਸਪੈਸੀਫਿਕ ਨੇ ਨਾ, ਉਹ ਪਰਟੀਕੂਲਰ ਨੇ, ਖਾਸ ਚੀਜ਼ਾਂ ਨੇ, ਇਸ ਕਰਕੇ। ਬਿਫੋਰ ਦ ਜਿਓਗ੍ਰਾਫੀਕਲ ਏਰੀਆਜ਼, ਦ ਸਾਊਥ ਈਸਟ, ਦ ਏਸ਼ੀਆ ਪੈਸੀਫਿਕ ਐਟਸੈਟਰਾ। ਬਿਫੋਰ ਦ ਡੈਜ਼ਰਟਸ, ਫੋਰੈਸਟਸ, ਗਲਫਸ, ਪੈਨਿਨਸੂਲਾਸ, ਸਾਰੇ ਰੇਗਿਸਤਾਨ, ਜੰਗਲ, ਖਾੜੀਆਂ, ਏਰੀਆਜ਼ ਜਿੰਨੇ ਵੀ ਆ ਉਹਨਾਂ ਤੋਂ ਪਹਿਲਾਂ ਦ ਲੱਗੇਗਾ। ਜਾਂ ਫਿਰ ਕਿਸੇ ਦੀ ਸ਼ਾਰਟ ਫਾਰਮ ਅਸੀਂ ਲਿਖਦੇ ਹਾਂ, ਕਿਸੇ ਗਰੁੱਪ ਆਫ ਕੰਟਰੀਜ਼ ਹੈ, ਗਰੁੱਪ ਆਫ ਸਟੇਟਸ ਨੇ, ਉਹਨਾਂ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਐਬਰੀਵੇਸ਼ਨ ਬਣੀ ਹੁੰਦੀ ਉਸ ਤੋਂ ਪਹਿਲਾਂ, ਐਬਰੀਵੇਸ਼ਨ ਮੀਨਸ ਸੰਖੇਪ ਵਿੱਚ ਉਹਨਾਂ ਨੂੰ ਲਿਖੀਦਾ। ਜਿਵੇਂ ਦ UAE, ਦ ਯੂਨਾਈਟਿਡ ਅਰਬ ਐਮੀਰੇਟਸ, ਇਹ ਅਰਬ ਦੇ ਜਿਹੜੇ ਕੰਟਰੀਜ਼ ਆ ਉਹਨਾਂ ਦਾ ਇਕੱਠ ਹੈ, ਸਮੂਹ ਹੈ, ਤਾਂ ਉਹਨਾਂ ਦੇ ਨਾਲ ਪਹਿਲਾਂ ਦ ਲੱਗੇਗਾ। ਇਸੇ ਤਰ੍ਹਾਂ ਦ US, ਦ ਯੂਨਾਈਟਿਡ ਸਟੇਟਸ, ਦ MP ਐਟਸੈਟਰਾ। ਬਿਫੋਰ ਦ ਕਲਾਸਿਸ ਆਫ ਪੀਪਲ, ਹੁਣ ਲੋਕਾਂ ਦੇ ਵਰਗ ਹੁੰਦੇ ਆ, ਵੰਡੇ ਹੋਏ ਵਰਗ ਹੈ, ਨਹੀਂ ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਬੜੇ ਪਛੜੇ ਹੋਏ, ਲਤਾੜੇ ਹੋਏ ਲੋਕ ਹੈ, ਕੋਈ ਮਾਰਕਸਿਸਟ ਨੇ ਜਿਹੜੇ ਮਾਰਕਸ ਦੇ ਸਿਧਾਂਤ 'ਤੇ ਚੱਲਦੇ ਹੈ, ਕੁਛ ਬੌਧਿਕ ਲੋਕ ਨੇ। ਇਹ ਵਰਗ ਜਿਹੜੀਆਂ ਸ਼੍ਰੇਣੀਆਂ ਨੇ, ਇਹਨਾਂ ਦੇ ਨਾਵਾਂ ਤੋਂ ਪਹਿਲਾਂ ਦ ਲੱਗਦਾ। ਦ ਪੂਅਰ, ਦ ਰਿਚ, ਦ ਡਾਊਨ ਟ੍ਰੋਡਨ, ਲਤਾੜੇ ਹੋਏ, ਪਿਛੜੇ ਹੋਏ। ਦ ਮਾਰਕਸਿਸਟ, ਜਿਹੜੇ ਮਾਰਕਸ ਦੇ ਸਿਧਾਂਤ 'ਤੇ ਚੱਲਦੇ ਆ। ਦ ਇੰਟੈਲੈਕਚੁਅਲਸ, ਬੌਧਿਕ ਵਿਅਕਤੀਆਂ ਦਾ ਇਕੱਠ। ਬਿਫੋਰ ਦ ਨੇਮਸ ਆਫ ਦ ਨਿਊਜ਼ਪੇਪਰਸ, ਅਖਬਾਰਾਂ, ਨਿਊਜ਼ਪੇਪਰ ਹੈ ਉਹਨਾਂ ਦੇ ਨਾਵਾਂ ਤੋਂ ਪਹਿਲਾਂ। ਦ ਟਾਈਮਸ ਆਫ ਇੰਡੀਆ, ਦ ਇੰਡੀਅਨ ਐਕਸਪ੍ਰੈਸ, ਦ ਟ੍ਰਿਬਿਊਨ, ਦ ਐਮਪਲੋਇਮੈਂਟ ਨਿਊਜ਼ ਐਟਸੈਟਰਾ। ਬਿਫੋਰ ਦ ਨੇਮਸ ਆਫ ਹਿਸਟੋਰੀਕਲ ਬਿਲਡਿੰਗਸ, ਜਿੰਨੀਆਂ ਸਾਡੀਆਂ ਇਤਿਹਾਸਿਕ ਇਮਾਰਤਾਂ ਨੇ ਉਹਨਾਂ ਦੇ ਨਾਵਾਂ ਤੋਂ ਪਹਿਲਾਂ ਦ ਲੱਗਦਾ। ਦ ਤਾਜ, ਦ ਗੇਟਵੇ ਆਫ ਇੰਡੀਆ, ਦ ਰੈੱਡ ਫੋਰਟ, ਦ ਸਟੈਚੂ ਆਫ ਲਿਬਰਟੀ, ਦ ਬਕਿੰਗਮ ਪੈਲੇਸ ਐਟਸੈਟਰਾ। ਅਗਲਾ ਹੈ ਬਿਫੋਰ ਦ ਨੈਸ਼ਨੈਲਿਟੀਜ਼, ਕੋਈ ਕਿੱਥੋਂ ਦਾ ਰਹਿਣ ਵਾਲਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਇੰਡੀਅਨਸ ਹਾਂ, ਵੀ ਆਰ ਦ ਇੰਡੀਅਨਸ। ਅਮੈਰੀਕਨਸ ਨੂੰ ਦ ਅਮੈਰੀਕਨਸ, ਫਰਾਂਸ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਦ ਫਰੈਂਚ, ਐਂਡ ਕੈਨੇਡਾ 'ਚ ਰਹਿਣ ਵਾਲਿਆਂ ਨੂੰ ਦ ਕੈਨੇਡੀਅਨਸ। ਬਿਫੋਰ ਦ ਪਲੇਸਿਸ ਆਫ ਵਰਕ, ਕੰਮ ਕਰਨ ਦੀ ਜਗ੍ਹਾ ਤੋਂ ਦੇ ਨਾਮ ਤੋਂ ਪਹਿਲਾਂ। ਦ ਸਟੇਸ਼ਨ ਹੈੱਡਕੁਆਟਰਸ, ਦ ਸਟੇਟ ਬੈਂਕ ਆਫ ਇੰਡੀਆ, ਦ ਇੰਡੀਅਨ ਏਅਰਲਾਈਨਸ ਐਟਸੈਟਰਾ। ਬਿਫੋਰ ਦ ਹਿਸਟੋਰੀਕਲ ਇਵੈਂਟਸ, ਜਿਹੜੇ ਸਾਡੇ ਇਤਿਹਾਸ ਦੇ ਵਿੱਚ ਇਤਿਹਾਸਿਕ ਕੁਝ ਘਟਨਾਵਾਂ ਹੋਈਆਂ। ਦ ਫਰੈਂਚ ਰੈਵੋਲਿਊਸ਼ਨ, ਦ ਫਸਟ ਐਂਗਲੋ ਸਿੱਖ ਵਾਰ,
the Second World War, etc. Before the superlative degrees of adjectives, ਅਸੀਂ ਪਿਛਲੇ ਲੈਸਨ 'ਚ degrees of adjectives ਕੀਤੀਆਂ ਸੀ, ਤਾਂ ਉਹਨਾਂ 'ਚ ਜਿਹੜੀ ਤੀਸਰੀ ਡਿਗਰੀ ਹੁੰਦੀ ਹੈ ਸੁਪਰਲੇਟਿਵ ਡਿਗਰੀ ਅਸੀਂ ਪੜ੍ਹਿਆ ਸੀ, ਉਹਦੇ ਤੋਂ ਪਹਿਲਾਂ ਦ ਲੱਗਦਾ। He is the tallest boy in the class. India is the largest democracy in the world. Superlative degree ਦੇ ਨਾਲ ਤੋਂ ਪਹਿਲਾਂ ਦ ਲੱਗਦਾ। Before the names of clan or family, to make proper names, ਜਿਵੇਂ the Jats, the Hindus, the Sinhas, the Vermas, the Chopras, ਠੀਕ ਹੈ। ਇਸ ਤਰ੍ਹਾਂ ਉਹਨਾਂ ਦੇ name of clan or family, ਇਹਨਾਂ ਦੇ ਨਾਮਾਂ ਤੋਂ ਪਹਿਲਾਂ ਦ ਲੱਗਦਾ। Before two or more comparative degrees of adjectives, ਹੁਣ comparative degree ਅਸੀਂ second degree ਨੂੰ ਕਹਿੰਦੇ ਹਾਂ, ਜਿਹਦੇ ਵਿੱਚ ਦੋ ਵਸਤੂਆਂ ਦੇ ਵਿੱਚ ਤੁਲਨਾ ਹੁੰਦੀ ਹੈ। ਅਸੀਂ ਪਿਛਲੇ ਲੈਸਨ 'ਚ ਇਹ ਪੜ੍ਹਿਆ ਸੀ ਕਿ ਉਹਨਾਂ ਦੇ ਨਾਲ than ਲੱਗਦਾ, he is smaller than ਸੋਨੂੰ ਮੋਨੂੰ ਜੋ ਵੀ ਹੈ, smaller than second degree ਤੋਂ ਬਾਅਦ than ਲੱਗਦਾ। ਲੇਕਿਨ ਜਦੋਂ ਦੋ degrees two or more comparative degrees ਹੋਣ ਤਾਂ ਉੱਥੇ ਦ ਲੱਗਦਾ, ਉਹਨਾਂ ਤੋਂ ਪਹਿਲਾਂ ਦ ਲੱਗਦਾ। the sooner the better, the higher we go the cooler it is, ਠੀਕ ਹੈ। ਜਿੰਨੀ ਉੱਪਰ ਉਚਾਈ ਤੇ ਅਸੀਂ ਜਾਵਾਂਗੇ ਓਨਾ ਠੰਡਾ ਹੁੰਦਾ ਜਾਵੇਗਾ। ਇੱਥੇ ਇਹ ਵੀ ਕੰਪੈਰੇਟਿਵ ਡਿਗਰੀ ਲੱਗੀ ਹੈ, ਦੋ ਕੰਪੈਰੇਟਿਵ ਡਿਗਰੀਜ਼ ਲੱਗੀਆਂ ਇੱਕ ਸੈਂਟੈਂਸ, ਦੋਨਾਂ ਤੋਂ ਪਹਿਲਾਂ ਫਿਰ ਦ ਲੱਗੇਗਾ। ਬਿਫੋਰ ਦ ਨੇਮਸ ਆਫ ਹੋਲੀ ਬੁੱਕਸ, ਜਿਹੜੇ ਸਾਡੇ ਧਾਰਮਿਕ ਗ੍ਰੰਥ ਨੇ, ਪਵਿੱਤਰ ਗ੍ਰੰਥ ਨੇ, ਉਹਨਾਂ ਦੇ ਨਾਵਾਂ ਤੋਂ ਪਹਿਲਾਂ ਦ ਆਦਿ ਗ੍ਰੰਥ, ਦ ਗੀਤਾ, ਦ ਰਾਮਾਇਣਾ, ਦ ਬਾਈਬਲ, ਦ ਕੁਰਾਨ, ਦ ਵੇਦਾਸ, ਦ ਮਹਾਭਾਰਤ ਐਟਸੈਟਰਾ। Before the epithets used before the names of persons, ਜਿਸ ਤਰ੍ਹਾਂ ਅਸੀਂ ਕਿਸੇ ਕੋਈ ਮਹਾਨ ਵਿਅਕਤੀ ਹੋਇਆ ਉਹਨਾਂ ਦਾ ਕੋਈ ਤਖੱਲਸ ਰੱਖ ਦਿੰਦੇ ਹਾਂ, ਉਹਨਾਂ ਨੂੰ ਕਿਸ ਤਰ੍ਹਾਂ ਕਹਿ ਕੇ ਬੁਲਾਉਂਦੇ ਹਾਂ, ਜਿਵੇਂ ਅਲੈਗਜ਼ੈਂਡਰ ਦ ਗ੍ਰੇਟ, ਸਿਕੰਦਰ ਮਹਾਨ, ਅਸ਼ੋਕਾ ਦੀ ਗ੍ਰੇਟ, ਹੈਨਰੀ ਦ ਫਸਟ, ਮਹਾਰਾਣਾ ਪ੍ਰਤਾਪ ਦ ਗ੍ਰੇਟ। ਸੋ ਇਹ ਉਹਨਾਂ ਦੇ ਨਾਮ ਜਿਹੜੇ ਐਪੀਥੈਟਸ ਯੂਜ਼ ਕੀਤੇ ਹੁੰਦੇ ਆ, ਉਹਨਾਂ ਦੇ ਨਾਲ ਦ ਲੱਗਦਾ। ਬਿਫੋਰ ਅ ਨਾਊਨ ਵਿਚ ਹੈਜ਼ ਬੀਨ ਮੈਨਸ਼ਨਡ ਅਰਲੀਅਰ ਔਰ ਦ ਲਿਸਨਰ ਇਜ਼ ਫੈਮੀਲੀਅਰ ਵਿਦ, ਹੁਣ ਇਹ ਗੱਲ ਆ ਗਈ ਜਿਹੜੀ ਕਿ ਤੁਸੀਂ ਖਾਸ ਧਿਆਨ ਦੇਣੀ ਹੈ। ਇੱਥੇ ਬੱਚੇ ਬਹੁਤ ਗਲਤੀਆਂ ਕਰਦੇ ਆ, ਜਦੋਂ ਕਾਪੀਆਂ ਚੈੱਕ ਕਰੀਦੀਆਂ, ਪੇਪਰ ਵਗੈਰਾ ਲਈਦੇ ਐਗਜ਼ਾਮ ਦੇ ਵਿੱਚ, ਬੱਚੇ ਮਿਸਟੇਕ ਕਰਦੇ ਆ। ਇਸ ਸੈਂਟੈਂਸ ਨੂੰ ਧਿਆਨ ਨਾਲ ਦੇਖੋ। I went to meet a pot maker. The pot maker showed me some great works of clay. pot maker ਹੈ ਜਿਹੜਾ ਕਿ ਬਰਤਨ ਬਣਾਉਂਦਾ, ਉਹੀ pot maker ਹੈ। ਪਹਿਲੀ ਵਾਰੀ ਪਹਿਲੇ ਸੈਂਟੈਂਸ ਦੇ ਵਿੱਚ ਅਸੀਂ ਉਹਦੇ ਨਾਲ ਲਗਾਇਆ। ਅਸੀਂ ਜਦੋਂ ਏ ਦੀਆਂ ਯੂਜ਼ਸ ਕੀਤੀਆਂ ਸੀ ਤਾਂ ਪੜ੍ਹਿਆ ਸੀ ਕਿ ਪਹਿਲੀ ਵਾਰੀ ਜਦੋਂ ਕਿਸੇ ਵਿਅਕਤੀ ਦਾ ਥਿੰਗ ਦਾ ਜ਼ਿਕਰ ਹੁੰਦਾ ਤਾਂ ਉਹਦੇ ਨਾਲ ਲੱਗਦਾ। ਜਦੋਂ ਉਸੇ ਥਿੰਗ ਦਾ, ਉਸੇ ਵਿਅਕਤੀ ਦਾ ਜ਼ਿਕਰ ਦੂਸਰੀ ਸੈਂਟੈਂਸ ਵਿੱਚ ਅਗਲੀ ਗੱਲ ਵਿੱਚ ਵੀ ਹੋ ਜਾਵੇ ਤਾਂ ਉਹਦੇ ਨਾਲ ਫਿਰ ਦ ਲੱਗ ਜਾਂਦਾ ਹੈ, ਕਿਉਂਕਿ ਉਹ ਸਪੈਸੀਫਿਕ, ਉਹ ਸਪੈਸ਼ਲ ਪਰਟੀਕੂਲਰ ਵਿਅਕਤੀ ਜਾਂ ਥਿੰਗ ਬਣ ਜਾਂਦੀ ਹੈ ਜਿਹਦਾ ਜ਼ਿਕਰ ਪਹਿਲਾਂ ਵੀ ਆਇਆ ਸੀ। ਇਹ ਸਾਨੂੰ ਇਸ ਤਰ੍ਹਾਂ ਦੱਸਦਾ ਹੈ ਕਿ ਇਹ ਪੋਟ ਮੇਕਰ ਜਿਹੜਾ ਹੈ ਇਹ ਉਹੀ ਪੋਟ ਮੇਕਰ ਹੈ ਜਿਹਦਾ ਪਹਿਲਾਂ ਜ਼ਿਕਰ ਹੋਇਆ ਸੀ, ਇਹ ਸਪੈਸੀਫਿਕ ਉਹੀ ਪੋਟ ਮੇਕਰ ਹੈ। ਅੰਡਰਸਟੂਡ। ਨੈਕਸਟ ਇਜ਼ ਬਿਫੋਰ ਦ ਨੇਮਸ ਆਫ ਪੋਲੀਟੀਕਲ ਆਰਗੇਨਾਈਜੇਸ਼ਨਸ ਜਾਂ ਪਾਰਟੀਜ਼, ਜਿਹੜੀਆਂ ਪੋਲੀਟੀਕਲ ਪਾਰਟੀਆਂ, ਰਾਜਨੀਤਿਕ ਪਾਰਟੀਆਂ ਸਾਡੇ ਦੇਸ਼ ਦੇ ਵਿੱਚ ਹੈ ਜਾਂ ਕਿਤੇ ਵੀ ਇੰਟਰਨੈਸ਼ਨਲ ਦੇ ਵਿੱਚ ਵੀ ਹੈ, ਤਾਂ ਜਿਵੇਂ ਦ ਯੂਨੈਸਕੋ, ਦ UNO, ਦ ਯੂਨੀਸੈਫ, ਦ ਭਾਰਤੀ ਜਨਤਾ ਪਾਰਟੀ, ਦ ਅਕਾਲੀ ਦਲ, ਦ ਕਾਂਗਰਸ, ਦ ਰਿਪਬਲਿਕਨਸ, ਦ ਕੰਜ਼ਰਵੇਟਿਵਸ, ਠੀਕ ਹੈ। ਬਿਫੋਰ ਦ ਡਾਇਰੈਕਸ਼ਨਸ, ਜਿੰਨੀਆਂ ਵੀ ਦਿਸ਼ਾਵਾਂ ਨੇ ਉਹਨਾਂ ਦੇ ਨਾਵਾਂ ਤੋਂ ਪਹਿਲਾਂ ਦ ਨਾਰਥ, ਦ ਸਾਊਥ, ਦ ਈਸਟ, ਦ ਵੈਸਟ। ਬਿਫੋਰ ਦ ਨੇਮਸ ਆਫ ਬਿਗ ਆਫਿਸਿਸ, ਵੱਡੇ ਵੱਡੇ ਜਿਹੜੇ ਆਫਿਸਿਸ ਨੇ, ਪ੍ਰਧਾਨ ਮੰਤਰੀ ਦਾ ਆਫਿਸ ਹੈ, ਪ੍ਰੈਜ਼ੀਡੈਂਟ ਦਾ ਆਫਿਸ ਹੈ, ਇਲੈਕਸ਼ਨ ਕਮਿਸ਼ਨਰ ਦਾ ਆਫਿਸ ਹੈ, ਸੁਪਰੀਮ ਕੋਰਟ ਹੈ, ਦ PMO, ਦ ਪ੍ਰੈਜ਼ੀਡੈਂਟ, ਦ ਇਲੈਕਸ਼ਨ ਕਮਿਸ਼ਨ, ਦ ਸੁਪਰੀਮ ਕੋਰਟ ਆਫ ਇੰਡੀਆ। ਸੋ ਇਹ ਵੱਡੇ ਆਫਿਸਿਸ ਹੈ, ਇਹਨਾਂ ਦੇ ਨਾਮ ਤੋਂ ਪਹਿਲਾਂ ਵੀ ਦ ਲੱਗੇਗਾ। When a singular noun is used to represent the whole class, the lion is the king of the forest. ਸ਼ੇਰ ਜੰਗਲ ਦਾ ਰਾਜਾ ਹੈ। ਹੁਣ ਇੱਕ ਸ਼ੇਰ ਤਾਂ ਜੰਗਲ ਦਾ ਰਾਜਾ ਨਹੀਂ ਨਾ ਹੁੰਦਾ, ਇੱਕੋ ਹੀ ਨਹੀਂ ਹੁੰਦਾ, ਉਹਦੇ ਸ਼੍ਰੇਣੀ ਦੇ ਹੋਰ ਸਾਰੇ ਸ਼ੇਰ ਜਿਹੜੇ ਨੇ ਜੰਗਲ ਦੇ ਰਾਜੇ ਹੀ ਨੇ। ਤੇ ਜਦੋਂ ਉਸ ਇੱਕ ਸਿੰਗੂਲਰ ਨਾਉਨ ਨੂੰ, ਇੱਕ ਵਚਨ ਨੂੰ ਪੂਰੀ ਦੀ ਪੂਰੀ ਉਹਦੀ ਕਲਾਸ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਯੂਜ਼ ਕੀਤਾ ਹੋਵੇ, ਦਰਸਾਉਣ ਵਾਸਤੇ, ਰਿਪਰੈਜ਼ੈਂਟ ਕਰਨਾ, ਦਰਸਾਉਣਾ। ਸੋ ਇਹ ਜਿਹੜਾ ਦ ਲਾਇਨ ਹੈ ਇਹ ਆਪਣੀ ਪੂਰੀ ਕਲਾਸ ਨੂੰ ਦਰਸਾਉਂਦਾ, ਇਸ ਕਰਕੇ ਇਹਦੇ ਨਾਲ ਦ ਲੱਗਿਆ। ਬਿਫੋਰ ਦ ਨੇਮਸ ਆਫ ਮਿਊਜ਼ੀਕਲ ਇੰਸਟਰੂਮੈਂਟਸ, ਜਿਹੜੇ ਸਾਡੇ ਸੰਗੀਤ ਦੇ ਸਾਜ਼ ਨੇ ਉਹਨਾਂ ਦੇ ਨਾਵਾਂ ਤੋਂ ਪਹਿਲਾਂ ਦ ਲੱਗੇਗਾ। ਸ਼ੀ ਲਰਨਸ ਟੂ ਪਲੇ ਦ ਵਾਇਲਨ ਐਟ ਦ ਏਜ ਆਫ 6।
the violin, the harmonium, the tabla, when the proper noun is used in the sense of common noun. ਇਹ ਉਹੀ ਕੀਟਸ ਵਾਲੀ ਜਿਹੜੀ ਐਗਜ਼ਾਮਪਲ ਦਿੱਤੀ ਸੀ ਪਹਿਲਾਂ, ਹੀ ਇਜ਼ ਅ ਕੀਟਸ, ਜਿਵੇਂ ਉਹ ਇੱਕ ਕੀਟਸ ਵਰਗਾ ਇੱਕ ਕਵੀ ਹੈ। ਇਸ ਤਰ੍ਹਾਂ ਅਸੀਂ ਇੱਥੇ ਐਗਜ਼ਾਮਪਲ ਹੋਰ ਦਿੰਦੇ ਹਾਂ, ਹੀ ਇਜ਼ ਦ ਮਿਲਖਾ ਸਿੰਘ ਆਫ ਆਵਰ ਸਕੂਲ। ਕਿਸੇ ਪ੍ਰੋਪਰ ਨਾਉਨ ਦੀ ਵਰਤੋਂ ਕਿਸੇ ਕਾਮਨ ਨਾਉਨ ਦੇ ਨਾਲ ਕੀਤੀ ਜਾਵੇ। ਓਮਿਸ਼ਨ ਦਾ ਮਤਲਬ ਕਿੱਥੇ ਨਹੀਂ ਲੱਗਦਾ। ਆਰਟੀਕਲ the is not used in these situations before the names of cities। ਸ਼ਹਿਰਾਂ ਦੇ ਨਾਵਾਂ ਤੋਂ ਪਹਿਲਾਂ ਦ ਨਹੀਂ ਲੱਗਦਾ। ਲੇਕਸ ਦੇ ਨਾਵਾਂ ਤੋਂ ਪਹਿਲਾਂ ਦ ਨਹੀਂ ਲੱਗਦਾ। ਡਲ ਲੇਕ, ਲੇਕ ਮਿਸ਼ੀਗਨ, ਲੇਕ ਗੋਬਿੰਦ ਸਾਗਰ, ਸਿੱਧਾ ਹੀ ਕਵਾਂਗੇ, ਦ ਨਹੀਂ ਲਾਵਾਂਗੇ। ਬਿਫੋਰ ਦ ਨੇਮਸ ਆਫ ਸਟਰੀਟਸ ਐਂਡ ਰੋਡਸ, ਗਲੀਆਂ ਸੜਕਾਂ ਦੇ ਨਾਵਾਂ ਦੇ ਨਾਲ ਦ ਨਹੀਂ ਲੱਗਦਾ। ਸਿੰਗਲ ਜਿਹੜੀਆਂ ਪਹਾੜੀਆਂ ਨੇ, ਕੱਲੀਆਂ ਕੱਲੀਆਂ ਪਹਾੜੀਆਂ, ਐਵਰੈਸਟ, ਇਹਨਾਂ ਦੇ ਨਾਵਾਂ ਦੇ ਨਾਲ ਦ ਨਹੀਂ ਲੱਗਦਾ। ਬਿਫੋਰ ਦ ਨੇਮਸ ਆਫ ਕੌਂਟੀਨੈਂਟਸ ਔਰ ਆਈਲੈਂਡਸ, ਟਾਪੂ ਜਾਂ ਜਿਹੜੇ ਸਾਡੇ ਮਹਾਂਦੀਪ ਨੇ, ਉਹਨਾਂ ਦੇ ਨਾਵਾਂ ਦੇ ਨਾਲ ਵੀ ਦ ਨਹੀਂ ਲੱਗਦਾ। ਹੋਰ ਪ੍ਰੋਪਰ ਨਾਊਨ ਤੋਂ ਪਹਿਲਾਂ ਦ ਨਹੀਂ ਲੱਗਦਾ। ਐਬਸਟਰੈਕਟ ਨਾਊਨ ਤੋਂ ਪਹਿਲਾਂ ਦ ਨਹੀਂ ਲੱਗਦਾ। ਐਬਸਟਰੈਕਟ ਨਾਊਨ ਜਿਵੇਂ ਖੁਸ਼ੀ, ਗਮੀ, ਹਾਸਾ, ਇਹਨਾਂ ਦੇ ਨਾਵਾਂ ਤੋਂ ਪਹਿਲਾਂ ਦ ਨਹੀਂ ਲੱਗੇਗਾ। ਹੈਪੀਨੈਸ ਇਜ਼ ਦ ਸਟੇਟ ਆਫ ਮਾਈਂਡ, ਪੇਨ ਇਜ਼ ਟੈਂਪਰਰੀ, ਓਨੈਸਟੀ ਇਜ਼ ਦ ਬੈਸਟ ਪੋਲਿਸੀ, ਦ ਨਹੀਂ ਲੱਗਿਆ। ਵੈਨ ਪਲੂਰਲ ਨਾਊਨਸ ਆਰ ਯੂਜ਼ ਟੂ ਡਿਨੋਟ ਅ ਕਲਾਸ, ਜਦੋਂ ਪਿੱਛੇ ਐਗਜ਼ਾਮਪਲ ਸੀਗੀ ਕਿ ਸਿੰਗਲ ਜਿਹੜਾ ਨਾਊਨ ਹੈ ਉਹ ਆਪਣੀ ਕਲਾਸ ਨੂੰ ਰਿਪਰੈਜ਼ੈਂਟ ਕਰਦਾ, ਸਿੰਗੂਲਰ ਨਾਊਨ, ਤਾਂ ਉਹਦੇ ਨਾਲ ਦ ਲੱਗਦਾ। ਜਦੋਂ ਪਲੂਰਲਸ ਯੂਜ਼ ਹੁੰਦੇ ਆ, ਪਲੂਰਲ ਨਾਊਨ ਆਪਣੀ ਕਲਾਸ ਨੂੰ ਡਿਨੋਟ ਕਰਨ ਲਈ ਵਰਤਿਆ ਜਾਵੇਗਾ, ਬੜੀ ਬਰੀਕੀ ਇਹਦੇ 'ਚ, ਤਾਂ ਉਹਦੇ ਨਾਲ ਦ ਨਹੀਂ ਲੱਗੇਗਾ। ਟਾਈਗਰਸ ਆਰ ਫੈਰੋਸ਼ੀਅਸ, ਚੀਤੇ ਖਤਰਨਾਕ ਹੁੰਦੇ ਹਨ। ਸਪੈਰੋਜ਼ ਆਰ ਡਿਸਅਪੀਅਰਿੰਗ ਦੀਸ ਡੇਜ਼, ਇਹ ਹੁਣ ਆਪਣੀ ਕਲਾਸ ਨੂੰ ਸ਼ੋ ਕਰ ਰਹੇ ਹੈ, ਲੇਕਿਨ ਇਹ ਪਲੂਰਲ ਦੇ ਵਿੱਚ ਆਏ ਹੈ, ਬਹੁਵਚਨਾਂ ਦੇ ਵਿੱਚ ਆਏ, ਇਸ ਕਰਕੇ ਇਹਨਾਂ ਦੇ ਨਾਲ ਦ ਨਹੀਂ ਲੱਗਿਆ। ਜੇ ਇਹੋ ਹੀ ਸਿੰਗੂਲਰ 'ਚ ਆਏ ਹੁੰਦੇ ਤਾਂ ਉਹਨਾਂ ਦੇ ਨਾਲ ਦ ਲੱਗਣਾ ਸੀ, ਇੱਕ ਵਚਨ ਦੇ ਨਾਲ ਦ ਲੱਗਦਾ ਸੀਗਾ ਜਦੋਂ ਆਪਣੀ ਪੂਰੀ ਕਲਾਸ ਨੂੰ ਰਿਪਰੈਜ਼ੈਂਟ ਕਰਨਾ ਹੋਵੇ। ਬਿਫੋਰ, ਨੈਕਸਟ ਹੈ ਬਿਫੋਰ ਮੈਟੀਰੀਅਲ ਨਾਊਨਸ, ਜਿਹੜੇ ਪਦਾਰਥ ਨੇ ਸਾਡੇ ਕੋਲ, ਪਦਾਰਥ ਕਿਹੜੇ ਕਿਹੜੇ ਹੈ, ਸੋਨਾ, ਚਾਂਦੀ, ਮਿੱਟੀ ਵਗੈਰਾ, ਇਹਨਾਂ ਤੋਂ ਪਹਿਲਾਂ ਦ ਨਹੀਂ ਲੱਗਦਾ। ਗੋਲਡ ਇਜ਼ ਪ੍ਰੈਸ਼ੀਅਸ ਮੈਟਲ, ਮਰਕਰੀ ਇਜ਼ ਡਿਪਿੰਗ ਟੂਡੇ, ਸੋ ਇਹਨਾਂ ਤੋਂ ਪਹਿਲਾਂ ਗੋਲਡ, ਮਰਕਰੀ ਜਿਹੜੇ ਪਦਾਰਥ ਨੇ, ਮਟੀਰੀਅਲ ਨੇ, ਇਹਨਾਂ ਤੋਂ ਪਹਿਲਾਂ ਦ ਨਹੀਂ ਲੱਗਦਾ। ਬਿਫੋਰ ਦ ਮੀਨਸ ਆਫ ਟਰੈਵਲ, ਆਈ ਲਾਈਕ ਟੂ ਟਰੈਵਲ ਬਾਈ ਕਾਰ, ਹੈ ਨਾ, ਕਿਸੇ ਤਰੀਕੇ ਨਾਲ ਤੁਸੀਂ ਟਰੈਵਲ ਕਰਦੇ ਹੋ, ਕਿਸ ਤਰੀਕੇ ਨਾਲ ਕਰਦੇ ਹੋ, ਮੀਨਸ ਕੀ ਹੈ ਉਹਦਾ, ਕਾਰ ਹੈ, ਬੱਸ ਹੈ, ਸਾਈਕਲ ਹੈ, ਮੋਟਰਸਾਈਕਲ ਹੈ, ਉਸ ਤੋਂ ਪਹਿਲਾਂ ਦ ਨਹੀਂ ਲੱਗੇਗਾ। ਬਿਫੋਰ ਦ ਨੇਮਸ ਆਫ ਮੀਲਸ ਆਰ ਗੇਮਸ, ਜਿਹੜਾ ਤੁਸੀਂ ਖਾਣਾ ਖਾਂਦੇ ਹੋ, ਬ੍ਰੇਕਫਾਸਟ, ਜਾਂ ਜਿਹੜੀ ਕੋਈ ਗੇਮ ਖੇਡਦੇ ਹੋ, ਕ੍ਰਿਕਟ, ਫੁੱਟਬਾਲ, ਉਸ ਤੋਂ ਪਹਿਲਾਂ ਵੀ ਦ ਨਹੀਂ ਲੱਗਦਾ। ਠੀਕ ਹੈ, ਹੁਣ ਇਹ ਸਮਰੀ ਹੈ, ਇਹ ਵੀ ਤੁਸੀਂ ਸਾਰੀ ਪੜ੍ਹਨੀ ਹੈ, ਸਾਰੀ ਗੋ ਥਰੂ ਹੋਇਓ ਤਾਂ ਕਿ ਤੁਹਾਡੀ ਸਾਰੀ ਰਿਵੀਜ਼ਨ ਹੋ ਜਾਵੇ। ਏ ਤੇ ਐਨ ਕਿੱਥੇ ਕਿੱਥੇ ਯੂਜ਼ ਹੁੰਦੇ ਆ, ਵਾਈਲ ਮੈਂਸ਼ਨਿੰਗ ਸਮਥਿੰਗ ਫॉर ਦ ਫਸਟ ਟਾਈਮ, ਜਦੋਂ ਅਸੀਂ ਕਿਸੇ ਨੂੰ ਦੇ ਬਾਰੇ ਪਹਿਲੀ ਵਾਰੀ ਗੱਲ ਕਰ ਰਹੇ ਹਾਂ। ਐਜ਼ ਵਨ ਟਾਕਸ ਅਬਾਊਟ ਅ ਸਰਟਨ ਕਾਈਂਡ ਆਫ ਅ ਥਿੰਗ, ਹੀ ਹੈਜ਼ ਪੇਂਟਡ ਅ ਗ੍ਰੇਟ ਪੇਂਟਿੰਗ, ਅ ਗ੍ਰੇਟ ਪੇਂਟਿੰਗ, ਕੋਈ ਖਾਸ ਚੀਜ਼ ਦੇ ਤੋਂ ਪਹਿਲਾਂ, ਅ ਗ੍ਰੇਟ painting। When trying to say that someone is a certain kind of person, he is a clever person, ਖਾਸ ਬੰਦਾ ਨਹੀਂ, ਖਾਸ ਤਰ੍ਹਾਂ ਦਾ ਬੰਦਾ ਹੈ, he clever person ਹੈ, ਠੀਕ ਹੈ, he is a clever person। set of same things ਤੋਂ ਪਹਿਲਾਂ, this is a book। when talking about someone who belongs to certain group, he is an engineer। one talks about particular thing, the place that we saw was a comedy, a comedy। so ਅਗਲਾ ਹੈ the ਕਿੱਥੇ use ਹੋਗਾ, in case of talking about something that is one sure of, ਜਦੋਂ ਕਿਸੇ ਨੂੰ particularly ਕਿਸੇ ਖਾਸ, ਹੈ ਨਾ, ਜਿਹਦਾ ਸਾਨੂੰ ਪੱਕਾ ਪਤਾ ਹੈ, ਤਾਂ ਉਹਦੇ ਪਹਿਲਾਂ the ਲੱਗਦਾ। I passed the exam, ਮੈਨੂੰ ਪਤਾ ਹੈ ਕਿ ਕਿਹੜਾ exam, the exam। when there is only one thing of its kind, ਜਦੋਂ ਉਹ ਆਪਣੀ ਤਰ੍ਹਾਂ ਦੀ ਇੱਕੋ ਹੀ ਵਸਤੂ, ਸਪੈਸ਼ਲ, ਸਪੈਸੀਫਿਕ ਹੋਵੇ, ਜਿਵੇਂ ਬਿਊਟੀਫੁਲ ਗਰਲਸ ਡੋਂਟ ਲਾਈਕ ਟੂ ਪਲੇ ਇਨ ਦ ਸਨ, ਇੱਕੋ ਹੀ ਚੀਜ਼ ਹੈ, ਸਪੈਸੀਫਿਕ ਹੈ, ਸਪੈਸ਼ਲ ਹੈ, ਦ ਸਨ। ਨੋ ਆਰਟੀਕਲ ਇਜ਼ ਯੂਜ਼ਡ, ਕਿੱਥੇ ਕਿੱਥੇ ਕੋਈ ਆਰਟੀਕਲ ਵੀ ਨਹੀਂ ਲੱਗਦਾ, ਨਾ ਏ, ਨਾ ਐਨ, ਨਾ ਦ। ਵੈਨ ਟਾਕਿੰਗ ਅਬਾਊਟ ਸਮਥਿੰਗ ਇਨ ਜਨਰਲ, ਜਿਵੇਂ ਅਸੀਂ ਕੋਈ ਜਨਰਲੀ ਗੱਲ ਕਰ ਰਹੇ ਹਾਂ, ਵਾਕਿੰਗ ਇਜ਼ ਅ ਫਿਜ਼ੀਕਲ ਐਕਟੀਵਿਟੀ, ਵਾਕਿੰਗ ਨਹੀਂ ਕਹਿਣਾ, ਵਾਕਿੰਗ ਇਕੱਲਾ ਵਾਕਿੰਗ, ਦ ਵਾਕਿੰਗ ਨਹੀਂ ਕਹਿਣਾ, walking is a physical activity। when speaking about cities, countries, streets, sports,
ਠੀਕ ਹੈ। ਜਦੋਂ ਪਹਿਲਾਂ ਵੀ ਅਸੀਂ ਗੱਲ ਕੀਤੀ ਹੈ ਕਿ ਕੋਈ ਆਰਟੀਕਲ ਸਿਟੀਜ਼ ਦੇ ਨਾਮ ਨਾਲ, ਕੰਟਰੀਜ਼ ਦੇ ਨਾਲ, ਸਟੇਟਸ ਦੇ ਨਾਲ, ਸਪੋਰਟਸ ਦੇ ਨਾਲ ਨਹੀਂ ਲੱਗਦਾ। ਵੀ ਵਿਜ਼ਿਟਡ ਲੰਡਨ, ਵੀ ਇੰਜੋਇਡ ਗੋਲਫ ਟੁਗੇਦਰ। ਨਾ ਤਾਂ ਲੰਡਨ ਤੋਂ ਪਹਿਲਾਂ ਕੋਈ ਆਰਟੀਕਲ ਲੱਗਿਆ, ਨਾ ਗੋਲਫ ਤੋਂ ਪਹਿਲਾਂ ਕੋਈ ਆਰਟੀਕਲ ਲੱਗਿਆ, ਰਾਈਟ। Okay, so this is all about articles. 3 types of articles we have studied today: a, an and the। ਕਿੱਥੇ ਕਿੱਥੇ ਇਹਨਾਂ ਦੀਆਂ ਯੂਜ਼ਸ ਹੋਈਆਂ ਬੇਟੇ ਬੜੀ ਅਸੀਂ ਡਿਟੇਲ 'ਚ ਪੜ੍ਹੀਆਂ ਨੇ। ਹੁਣ ਤੁਹਾਡਾ ਕੰਮ ਇਹ ਹੈ ਕਿ ਤੁਸੀਂ ਆਪਣੀ ਗ੍ਰਾਮਰ ਬੁੱਕ ਤੋਂ ਇਹਨਾਂ ਸਾਰਿਆਂ ਦੀ ਰਿਵੀਜ਼ਨ ਜ਼ਰੂਰ ਕਰਨੀ ਹੈ। ਸਧਾਰਨ ਭਾਸ਼ਾ ਦੇ ਵਿੱਚ ਤੁਹਾਨੂੰ ਸਮਝਾਇਆ, ਪੂਰੀ ਹੋਪ ਹੈ ਕਿ ਤੁਹਾਨੂੰ ਇਹਦੀ ਸਮਝ ਲੱਗ ਗਈ ਹੋਵੇਗੀ, ਕਿਉਂਕਿ ਇਹ ਸਿੰਪਲ ਚੀਜ਼ਾਂ ਅਸੀਂ ਸਮਝਦੇ ਹਾਂ ਜਿਸ ਕਿਸੇ ਨੂੰ ਕਿ ਏ ਐਨ ਦ ਦੀ ਵਰਤੋਂ ਸਾਨੂੰ ਪਤਾ ਹੀ ਹੈ। ਇੱਕ ਚੀਜ਼ ਦੇ ਨਾਲ ਏ ਲੱਗ ਜਾਣਾ, ਵੋਵਲਸ ਦੇ ਨਾਲ ਸ਼ੁਰੂ ਹੋਣ ਤੋਂ ਪਹਿਲਾਂ ਐਨ ਲੱਗ ਜਾਣਾ, ਅਤੇ ਦ ਸਪੈਸੀਫਿਕ ਚੀਜ਼ਾਂ ਦੇ ਨਾਲ ਲੱਗ ਜਾਣਾ। ਲੇਕਿਨ ਹੋਰ ਅੱਗੇ ਵੀ ਇਹਨਾਂ ਦੀਆਂ ਕਾਫੀ ਅਸੀਂ ਐਗਜ਼ਾਮਪਲਸ ਪੜ੍ਹੀਆਂ ਨੇ, ਕੈਟੇਗਰੀਜ਼ ਪੜ੍ਹੀਆਂ ਨੇ, ਕਿੱਥੇ ਅ ਲੱਗਣਾ, ਕਿੱਥੇ ਦ ਲੱਗਣਾ। ਸੋ ਇਹਨਾਂ ਨੂੰ ਰਿਵਾਈਜ਼ ਕਰੋ ਔਰ ਫਿਰ ਆਪਣੇ ਚੇਂਜ ਦੇਖਣਾ ਕਿ ਹੁਣ ਅਸੀਂ ਜਦੋਂ ਅੱਗੇ ਤੋਂ ਇੰਗਲਿਸ਼ ਨੂੰ ਪੜ੍ਹਾਂਗੇ, ਲਿਖਾਂਗੇ, ਤਾਂ ਅਸੀਂ ਇਸ ਤਰ੍ਹਾਂ ਦੀ ਕੋਈ ਗਲਤੀ ਨਾ ਕਰੀਏ ਜਿਹਦੇ ਵਿੱਚ ਅਸੀਂ ਆਰਟੀਕਲਸ ਦੀ ਯੂਜ਼ ਹੁੰਦੀ ਹੋਵੇ ਅਤੇ ਅਸੀਂ ਉੱਤੇ ਗਲਤ ਆਰਟੀਕਲ ਯੂਜ਼ ਕਰੀਏ। ਸੋ ਹੋਪ you will do, certainly do. Thank you.